ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਜਿੰਨੀ ਵੀ ਸੰਗਤ ਜੁੜ ਮਿਲ ਬੈਠੀ ਹੈ, ਕੋਈ ਵੀ ਰਸਨਾ कोई भी श्वास खाली ना जावे, सारे जपियो वाहिगुरु 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 सतगुरु जी की साडी अते निवाजी हुई गुरु रूप गुरु प्यारी गुरु खालसा सत संगत जीओ। जिन्नी भी संगत धन धन साहिब श्री गुरु ग्रंथ साहिब महाराज जी के चरणों में जुड़ मिल बैठे हो, सारिਆਂ ਨੂੰ ਇਹ ਬੇਨਤੀ है सारे सावधान होकर बैठने का यत्न करो। कोई भी रसना फतेह तो वांझी ना रहे जी, गुरबख्शी फतेह प्रवान करो। सारे आखो जी गज के वाहिगुरु जी का खालसा वाहिगुरु जी की फतेह। दोबारा फिर बेनती संगतां दे चरणों में करांगे भी फतेह बुलाउणी बड़ी जरूरी है। आगे आबद सिंह जो पावे वाहिगुरु जी की, तुहाडे चरणों 'च प्रमाण देने का यत्न करांगे। कलगीधर पिता धन गुरु गोबिंद सिंह महाराज जी ने फतेह बख्शी है सानू। पौंटा साहब की धरती ते फतेह की बख्शिश हुई है। मेरे नौजवान वीर, साडे पिता समान, साडे बजुर्ग साहिबान, भैणां तावां, सारे गुरु ग्रंथ साहिब जी के चरणों 'च इकत्तर होए हो। कुछ ढुकदियां बेनतियां तुहाडे चरणों में निमरता सहित बेनतियां करांगे। किरपा करके वो बेनतियां नूं प्रवान करन दा यतन करिओ।
ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸਾਵਧਾਨ ਹੋ ਕੇ ਬੈਠਣਾ ਜ਼ਰੂਰੀ ਹੈ। ਇਹ ਪ੍ਰਮਾਣ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ। ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ, ਸਾਵਧਾਨ ਹੋ ਕੇ ਇਕਾਗਰ ਹੋ ਕੇ। ਜੇ ਆਪਾਂ ਸਾਵਧਾਨ ਹੋ ਕੇ ਨਹੀਂ ਬੈਠ ਸਕਦੇ, ਇਕਾਗਰ ਹੋ ਕੇ ਨਹੀਂ ਬੈਠ ਸਕਦੇ, ਤਾਂ ਕਦੇ ਆਪਣੀ ਮੰਜ਼ਿਲ ਤੇ ਪਹੁੰਚ ਨਹੀਂ ਸਕਾਂਗੇ। ਮੰਜ਼ਿਲ ਤੇ ਪਹੁੰਚਣ ਵਾਸਤੇ ਸਾਵਧਾਨਤਾ ਹੋਣੀ ਬੜੀ ਜ਼ਰੂਰੀ ਹੈ। ਆਪਾਂ ਫਤਿਹ ਬੁਲਾਈ ਹੈ, ਕਈਆਂ ਦੀ ਆਵਾਜ਼ ਨਹੀਂ ਆਈ ਫਤਿਹ ਨੂੰ। ਕਲਗੀਧਰ ਪਿਤਾ ਦਾ ਬਚਨ ਹੈ, ਜਿਹੜਾ ਮਨੁੱਖ ਫਤਿਹ ਬੁਲਾਉਣ ਦੀ ਹਿੰਮਤ ਨਹੀਂ ਨਾ ਰੱਖਦਾ, ਕਿਸੇ ਵੀ ਮੋਰਚੇ ਵਿੱਚ ਉਹਨੂੰ ਕਦੇ ਫਤਿਹ ਦੀ ਪ੍ਰਾਪਤੀ ਨਹੀਂ ਹੋਏਗੀ। ਇਹ ਖਾਲਸਾ ਵੀ ਵਾਹਿਗੁਰੂ ਦਾ ਹੈ, ਇਹ ਫਤਿਹ ਵੀ ਵਾਹਿਗੁਰੂ ਦੀ ਹੈ। ਵਾਹਿਗੁਰੂ ਜੀ ਕਾ, ਇਹ ਖਾਲਸਾ ਵਾਹਿਗੁਰੂ ਦਾ ਹੈ, ਵਾਹਿਗੁਰੂ ਜੀ ਕੀ ਇਹ ਬਖਸ਼ਿਸ਼ ਕਿਵੇਂ ਹੋਈ? ਜਦੋਂ ਖਾਲਸੇ ਨੇ ਭੰਗਾਣੀ ਦਾ ਜੰਗ ਜਿੱਤ ਲਿਆ, ਭੰਗਾਣੀ ਦੇ ਜੰਗ ਵਿੱਚ ਇਸਲਾਮ ਧਰਮ ਦੇ ਪੀਰ ਬੁੱਧੂ ਸ਼ਾਹ ਦੁਸ਼ਮਣ ਦੀ ਫੌਜ ਨਾਲ ਜੂਝ ਰਹੇ ਸੀ। ਭਾਈ ਮਣੀਆਂ ਜੀ ਜਿਹੜੇ 13 ਸਾਲਾਂ ਦੀ ਉਮਰ 'ਚ ਗੁਰੂ ਹਰਰਾਏ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਆਏ, ਜਿਨ੍ਹਾਂ ਨੇ ਧੰਨ ਗੁਰੂ ਹਰਰਾਏ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਕਲਗੀਧਰ ਪਿਤਾ ਤੱਕ, ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਸਿੱਖ ਕੌਮ ਦੀ ਅਗਵਾਈ ਕੀਤੀ। ਭੰਗਾਣੀ ਦੇ ਜੰਗ ਵੇਲੇ ਉਹਨਾਂ ਦਾ ਨਾਂ ਸੀ ਮਣੀਆਂ, ਬਾਅਦ ਵਿੱਚ ਉਹਨਾਂ ਦਾ ਨਾਮ ਮਨੀ ਸਿੰਘ ਪਿਆ। ਨੋਟ ਕਰਿਓ, ਬਾਬਾ ਮਣੀ ਸਿੰਘ ਜੀ ਦੀ 90 ਸਾਲ ਦੀ ਉਮਰ ਹੋਈ ਹੈ। ਉਹਨਾਂ ਦੇ ਸਰੀਰ ਦੇ 72 ਟੁਕੜੇ ਹੋਏ ਸੀ, 72। ਆਵਾਜ਼ ਕੀ ਆਉਂਦੀ ਸੀ? ਸਰੀਰ ਵਿੱਚੋਂ ਬੰਦ ਵਿੱਚੋਂ ਸ੍ਰੀ ਜਪਜੀ ਸਾਹਿਬ ਦੀ ਆਵਾਜ਼ ਆ ਰਹੀ ਸੀ। ਇਹ ਕਲਗੀਧਰ ਪਿਤਾ ਦੀਆਂ ਫੌਜਾਂ ਦੇ ਜਰਨੈਲ ਸੀ। ਭੰਗਾਣੀ ਦੇ ਜੰਗ ਵੇਲੇ ਸਿੱਖ ਕੌਮ ਦੀ ਫੌਜ ਦੇ ਕਮਾਂਡਰ, ਕਮਾਂਡ ਕਰਨ ਵਾਲੇ ਭਾਈ ਮਨੀਆਂ ਜੀ। ਉਸੇ ਜੰਗ ਵਿੱਚ ਮਹੰਤ ਕਿਰਪਾਲ ਦਾਸ ਸੰਗਤ ਜਾਂਦੀ ਹੋਏਗੀ ਹੇਮਕੁੰਟ ਸਾਹਿਬ, ਰਸਤੇ ਵਿੱਚ ਪੌਂਟਾ ਸਾਹਿਬ ਸਥਾਨ ਬਣਿਆ ਹੋਇਆ ਹੈ ਮਹੰਤ ਕਿਰਪਾਲ ਦਾਸ ਜੀ ਦਾ। ਇਹ ਬੇਨਤੀਆਂ ਸਾਰੀ ਸੰਗਤ ਧਿਆਨ ਨਾਲ ਸੁਣਿਓ। ਜਦੋਂ ਖਾਲਸੇ ਨੇ ਭੰਗਾਣੀ ਦਾ ਜੰਗ ਜਿੱਤ ਲਿਆ, ਕਈਆਂ ਦੇ ਮਨ ਵਿੱਚ ਮੈਂ ਸ਼ਬਦ ਆਈ ਵੀ ਇਹ ਜਿਹੜਾ ਮੈਦਾਨੇ ਜੰਗ ਵਿੱਚ ਜਿੱਤ ਹੋਈ ਹੈ, ਕਈ ਲੱਗੇ ਕਹਿਣ ਮਹੰਤ ਕਿਰਪਾਲ ਦਾਸ ਜੀ ਕਰਕੇ ਹੋਈ ਹੈ, ਕਈ ਲੱਗੇ ਕਹਿਣ ਪੀਰ ਬੁੱਧੂ ਸ਼ਾਹ ਜੀ ਕਰਕੇ ਹੋਈ ਹੈ, ਉਹਨਾਂ ਦੇ ਪੁੱਤਰ ਸ਼ਹੀਦ ਹੋ ਗਏ। ਕਈ ਲੱਗੇ ਕਹਿਣ ਨਹੀਂ, ਭਾਈ ਮਣੀਆਂ ਜੀ ਦਾ ਬਹੁਤ ਵੱਡਾ ਪ੍ਰਤਾਪ ਹੈ, ਇਹ ਫਤਿਹ ਉਹਨਾਂ ਕਰਕੇ ਹੋਈ ਹੈ, ਮੈਦਾਨੇ ਜੰਗ ਵਿੱਚ ਜਿੱਤ ਉਹਨਾਂ ਕਰਕੇ ਹੋਈ ਹੈ। ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਵਾਜ਼ ਮਾਰ ਕੇ ਕਹਿਣ ਲੱਗੇ, ਭਾਈ ਤੁਹਾਨੂੰ ਦਸੀਏ ਮੈਦਾਨੇ ਜੰਗ ਵਿੱਚ ਜਿੱਤ ਕਿਉਂ ਹੋਈ ਹੈ, ਫਤਿਹ ਕਿਉਂ ਮਿਲੀ ਹੈ? ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਖਾਲਸਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਫੌਜ ਹੈ। ਜਦੋਂ ਅਸੀਂ ਹਿਮਾਲਿਆ ਪਰਬਤ ਦੀਆਂ ਪਹਾੜੀਆਂ ਤੇ ਬੈਠੇ ਸੀ, ਅਕਾਲ ਪੁਰਖ ਨੇ ਸਾਨੂੰ ਆਪਣਾ ਪੁੱਤਰ ਬਣਾਇਆ ਸੀ। ਗੁਰੂ ਕਾ ਖਾਲਸਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਪੁੱਤਰਾ ਹੈ। ਕੋਈ ਮਨ ਵਿੱਚ ਮਾਣ ਨਾ ਕਰੇ, ਉਹ ਫਤਿਹ ਕਿਸੇ ਮਨੁੱਖ ਕਰਕੇ ਹੋਈ ਹੈ। ਸਤਿਗੁਰੂ ਕਹਿਣ ਲੱਗੇ, ਜਿਹੜੀ ਕੌਮ ਵਿੱਚ ਸਭ ਤੋਂ ਵੱਧ ਸ਼ਹੀਦ ਹੋਏ ਹੋਣ, ਉਸ ਕੌਮ ਦਾ ਵਿਰਸਾ ਬੜਾ ਅਮੀਰ ਹੁੰਦਾ ਹੈ, ਉਸ ਕੌਮ ਦਾ ਇਤਿਹਾਸ ਬੜਾ ਗੌਰਵਮਈ ਹੁੰਦਾ ਹੈ। ਜਿਹੜੀ ਸਿੱਖ ਕੌਮ ਦੀ ਨੀਂਹ ਹੈ, ਇਹ ਸ਼ਹੀਦਾਂ ਦੀਆਂ ਹੱਡੀਆਂ ਤੇ ਰੱਖੀ ਗਈ ਹੈ। ਖਿਆਲ ਕਰਿਓ। ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਫਤਿਹ ਤਾਂ ਹੋਈ ਹੈ, ਹੁਣ ਕੋਈ ਵੀ ਰਸਨਾ, ਕੋਈ ਵੀ ਸਵਾਸ ਖਾਲੀ ਨਾ ਜਾਵੇ, ਸਾਰੇ ਫਤਿਹ ਬੁਲਾਇਓ। ਸਤਿਗੁਰੂ ਕਹਿਣ ਲੱਗੇ, ਭਾਈ ਫਤਿਹ ਮਿਲੀ ਹੋਈ ਤਾਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਤੁਹਾਡੇ ਚਰਨਾਂ 'ਚ ਦਾਸ ਸਰਜ ਕਰੇਗਾ ਨਿਮਰਤਾ ਸਹਿਤ। ਫਤਿਹ ਨੂੰ ਭੁਲਾਉਣਾ ਨਹੀਂ ਹੈ। ਜਦੋਂ ਕੋਈ ਵੀ ਗੁਰੂ ਕਾ ਪਿਆਰਾ ਫਤਿਹ ਬੁਲਾਵੇ,
ਗੱਜ ਕੇ ਫਤਿਹ ਬੁਲਾਇਆ ਕਰੋ। ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਖੁਸ਼ੀ ਮਿਲੇਗੀ ਹੀ ਤਾਂ। ਹੁਣ ਜਿਹੜਾ ਆਪਾਂ ਪ੍ਰਕਰਨ ਰੱਖਾਂਗੇ ਉਹ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ, ਨਿਮਰਤਾ ਸਹਿਤ ਸਾਰੇ ਸਰਵਣ ਕਰਨ ਦਾ ਯਤਨ ਕਰਿਓ। ਕਾਫੀ ਸਮੇਂ ਪਿੱਛੋਂ 4 ਸਾਲਾਂ ਦੇ ਕਰੀਬ ਸਮਾਂ ਹੋ ਗਿਆ, ਦਾਸ ਇੱਕ ਵਾਰੀ ਇਸ ਸਥਾਨ ਤੇ ਦਰਸ਼ਨ ਕਰਨ ਵਾਸਤੇ ਆਇਆ ਸੀ। ਇਸੇ ਸਮੇਂ ਤੇ ਸੰਗਤਾਂ ਦੇ ਦਰਸ਼ਨ ਹੋਏ ਸੀ, ਪਰ ਪਿਆਰ ਹੋਣ ਕਰਕੇ ਸੰਗਤ ਨਾਲ ਉਹਨਾਂ ਦਾ ਹੁਕਮ ਮੰਨ ਕੇ ਦਾਸ ਆਇਆ ਸੀ। ਇੱਥੇ ਨੇੜੇ ਹੁਣ ਉਸ ਸਿਟੀ ਦਾ ਨਾਂ ਤਾਂ ਯਾਦ ਨਹੀਂ ਹੈ, ਪਰ ਇੱਥੇ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਆਓ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰੀਏ। ਸਤਿਗੁਰੂ, ਜਿਵੇਂ ਆਪ ਜੀ ਨੇ ਇੱਕ ਗੂੰਗੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਗੂੜ ਵਿਦਿਆ ਦਾ ਗਿਆਨ ਕਰਾਇਆ, ਸਾਡੇ ਤੇ ਕਿਰਪਾ ਕਰੋ। ਅਸੀਂ ਸੰਗਤਾਂ ਦੇ ਦਰਸ਼ਨ ਲੱਗੇ ਹਾਂ ਕਰਨ, ਜੋੜੇ ਝਾੜਨ ਲੱਗੇ ਹਾਂ, ਮਿਹਰ ਭਰਿਆ ਹੱਥ ਰੱਖਿਓ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਵਿੱਚ ਕਿਰਪਾ ਕਿਵੇਂ ਹੋਏਗੀ? ਸਾਰੀ ਸੰਗਤ ਨੂੰ ਇਹ ਬੇਨਤੀ ਹੈ, ਜਦੋਂ ਅਸੀਂ ਸੰਗਤ ਵਿੱਚ ਆਈਏ ਉਦੋਂ ਨਿਮਰਤਾ ਔਰ ਸਾਦਗੀ। ਪਾਣੀ ਪੱਖਾ ਪੀਸ ਦਾਸ ਕਹਿ ਤਬ ਹੋਏ ਨਿਹਾਲ, ਰਾਜ ਮਿਲਕ ਸਿੱਖ ਦਾਰੀਆਂ ਅਗਨੀ ਮਹਿਜਾਲ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਚਨ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸੇਵਾ ਕਰਨੀ, ਸੰਗਤਾਂ ਦੇ ਜੋੜੇ ਝਾੜਨੇ, ਝੂਠੇ ਬਰਤਨ ਮਾਂਜਣੇ, ਤਾਂ ਬਿਰਤੀ ਬਣੇਗੀ। ਕਬੀਰ ਚੰਦਨ ਕਾ ਬਿਰਵਾ ਭਲਾ, ਬੇੜੇ ਢਾਕ ਪਲਾਸ, ਹੋਏ ਵੀ ਚੰਦਨ ਹੋਏ ਰਹਾ ਹੈ, ਵਸੈ ਜੋ ਚੰਦਨ। ਬਾਬਾ ਕਬੀਰ ਸਾਹਿਬ ਦਾ ਇੱਕ ਬਚਨ ਹੈ, ਕਬੀਰ ਬਾਂਸ ਵਡਾਈ ਉੱਡਿਆ, ਇਹ ਮਤ ਡੁੱਬੋ ਕੋਏ, ਚੰਦਨ ਕੈ ਨਿਕਟੈ ਵਸੈ, ਬਾਂਸ ਸੁਗੰਧ ਨਾ। ਬਾਂਸ ਕਿਤੇ ਚੰਦਨ ਦੀਆਂ ਜੜ੍ਹਾਂ 'ਚ ਵੀ ਖੜਾ ਹੋਏ ਨਾ, ਕਦੇ ਬਾਂਸ 'ਚ ਸੁਗੰਧ ਹੀ ਨਹੀਂ ਆ ਸਕਦੀ, ਕਿਉਂਕਿ ਆਪਣੀ ਆਕੜ ਵਿੱਚ ਆ ਕੇ ਸਿੱਧਾ ਹੀ ਖੜਾ ਅੰਦਰ ਹੋਮੇ ਹੈ। ਜਿਹਦੇ ਅੰਦਰ ਨਿਮਰਤਾ ਹੋਏਗੀ ਕਿਰਪਾ ਹੀ ਉਹਦੇ ਤੇ ਹੋਏਗੀ। ਇੱਕ ਗੱਲ ਹੋਰ ਨੋਟ ਕਰਿਓ, ਜਿਹੜੇ ਮਨੁੱਖ ਦੇ ਅੰਦਰ ਨਿਮਰਤਾ ਨਹੀਂ ਹੈ, ਕਦੇ ਗੁਰੂ ਦੀ ਬਖਸ਼ਿਸ਼ ਦਾ ਪਾਤਰ ਨਹੀਂ ਬਣ ਸਕੇਗਾ। ਇਹ ਬਚਨ ਹੈ ਬਾਬਾ ਕਬੀਰ ਸਾਹਿਬ ਦਾ ਬਚਨ, ਹੁਣੇ ਸੁਣਿਆ ਹੀ ਨਾ। ਜਿਹੜਾ ਬਾਂਸ ਬਣ ਕੇ ਆਪਣੀ ਆਕੜ 'ਚ ਸਿੱਧਾ ਖੜਾ ਹੈ, ਉਹਦੇ 'ਚ ਸੁਗੰਧੀ ਆ ਸਕਦੀ ਹੈ। ਜਿੱਥੇ ਮਰਜ਼ੀ ਮੱਥਾ ਟੇਕੀ ਜਾਏ, ਜਿੰਨੀ ਮਰਜ਼ੀ ਬਾਣੀ ਪੜ੍ਹੀ ਜਾਏ, ਸਭ ਤੋਂ ਪਹਿਲਾਂ ਨਿਮਰਤਾ, ਫਿਰ ਗੁਰਬਾਣੀ ਨਾਲ ਪਿਆਰ, ਫਿਰ ਹੋਏਗੀ ਕਿਰਪਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ 'ਚ ਅਰਜ਼ ਕਰਾਂਗੇ ਆਪ ਜੀ ਦੇ ਚਰਨਾਂ 'ਚ। ਧੰਨ ਗੁਰੂ ਅਮਰਦਾਸ ਮਹਾਰਾਜ ਸੰਸਾਰ ਵਿੱਚ ਇੱਥੇ ਵੀ ਕਈ ਸਾਡੇ ਬਜ਼ੁਰਗਾਂ ਦਾ ਔਰ ਵੀਰ ਇੱਕ ਗੱਲ ਕਹਿੰਦੇ ਨੇ, ਮਨ ਸਾਫ਼ ਹੋਣਾ ਚਾਹੀਦਾ। ਕੀ ਲੋੜ ਹੈ ਅੰਮ੍ਰਿਤ ਛਕਣ ਦੀ? ਇਹ ਬੇਨਤੀ ਤੁਹਾਡੇ ਚਰਨਾਂ 'ਚ ਰੱਖਾਂਗੇ। ਸਿਆਣੇ ਬਜ਼ੁਰਗ ਬੈਠੇ ਹੋਏ ਨੇ ਜਿਹੜੇ ਪੰਜਾਬ ਦੀ ਧਰਤੀ ਤੋਂ ਆਏ। ਉੱਥੇ ਇੱਕ ਪੁਰਾਣੇ ਬਜ਼ੁਰਗਾਂ ਦੀ ਕਹਾਵਤ ਹੁੰਦੀ ਸੀ, ਗੁਰੂ ਬਿਨਾ ਗਤ ਨਹੀਂ, ਸ਼ਾਹ ਬਿਨਾ। ਇਹ ਪੁਰਾਤਨ ਬਜ਼ੁਰਗਾਂ ਦੀ ਇੱਕ ਕਹਾਵਤ ਸੀ ਵੀ ਗੁਰੂ ਬਿਨਾ ਗਤ ਨਹੀਂ ਹੋ ਸਕਦੀ, ਸ਼ਾਹ ਬਿਨਾ ਪਤ ਨਹੀਂ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਗੰਗਾ ਤੇ ਇਸ਼ਨਾਨ ਕਰਨਾ ਬੜਾ ਨੇਮ ਹੈ। ਆਪਣੇ ਜੀਵਨ ਵਿੱਚ ਤੀਰਥਾਂ ਤੇ ਜਾ ਕੇ ਸੇਵਾ ਕਰਨੀ, ਝਾੜੂ ਲਾਉਣਾ। ਜਿੰਨਾ ਟਾਈਮ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਬੇਨਤੀ ਨਹੀਂ ਨਾ ਕਰਦੇ, ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਾਂਗੇ, ਕਿਰਪਾ ਨਹੀਂ ਹੋਏਗੀ। ਇਹ ਜ਼ਰੂਰੀ ਹੈ। ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗਣਾ, ਦਮਦਮੀ ਟਕਸਾਲ ਦਾ ਪ੍ਰਯੋਜਨ ਹੀ ਇਹ ਰਿਹਾ ਹੈ। ਧੰਨ ਬਾਬਾ ਦੀਪ ਸਿੰਘ ਦੀ ਡਿਊਟੀ ਲਾਈ ਦਮਦਮਾ ਸਾਹਿਬ ਦੀ ਧਰਤੀ ਤੇ, ਬਾਬਾ ਮਨੀ ਸਿੰਘ ਸਾਹਿਬ ਦੀ ਕਿਰਪਾ ਹੋਈ। ਦਮਦਮਾ ਸਾਹਿਬ ਦੀ ਧਰਤੀ ਤੇ 46 ਸਿੰਘ ਬਦੇ ਮੁਕਤ ਹੋਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ 9 ਮਹੀਨੇ 9 ਦਿਨ 9 ਪਲ 9 ਘੜੀਆਂ ਵਿੱਚ ਉਚਾਰਨ ਕੀਤਾ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਉੱਥੇ ਬਖਸ਼ਿਸ਼ ਹੋਈ। ਕੱਲ੍ਹ ਦੇ ਦਵਾਰ ਵਿੱਚ ਸਮਾਂ ਰਿਹਾ, ਤੁਹਾਡੇ ਚਰਨਾਂ ਵਿੱਚ ਪ੍ਰਕਟ ਰੱਖਾਂਗੇ।
पर अज धन गुरु अमरदास महाराज जी के जीवन विचों सेवा करने का यतन करांगी। जे कोई 2 अखर पढ़ के आखे मेरे वर्गा ज्ञानी कोई नहीं, ये गुरु तो उधारा लिया होया गुण है। गुरु वापस भी खो लेंदा। राजियां तू भिखारी बना दिंदा है, भिखारियां तू राजे बना सकता है। इस करके सतगुरु तेरा कीता जातू नाही, मैनू जोग की तोई, मैं निर्गुण यारे को गुण नाही, आपे दर्श दर्श पिया मैं रामत होई, सतगुर सज्जन मिलिया, नानक नाम मिलै ता जीवा, तन मन थीवै। ये बेनती धन गुरु अर्जन देव महाराज जी का चारण किया होया बचन है। धन गुरु अमरदास महाराज बुजुर्ग होए ने मेरे सतगुरु, गंगा में स्नान करने वास्ते जा रहे हैं। रस्ते विच जदों गंगा ते स्नान करने वास्ते गए, कई तरह के गुरमुखां का मिलाप होया। जदों गंगा तो स्नान करके वापस आ रहे हैं, बेसुमार गर्मी पै रही है, अत दी गर्मी। एक दरखत की संघनी छां वेख के धन गुरु अमरदास महाराज जी के मन में ख्याल आया भी इत्थे आराम कर लीए। धन गुरु अमरदास महाराज राम लगे करन। महाराज मौज में जदों लगे ना राम करन, एक गुरु कृपा वाला गुरु बख्शिश वाला तो एक पंडित लंघिया जाता सी, जिहदे कोल समुंदरदायक विद्या एक विद्या होती है। भाई गुरदास साहब जी ने अपनी वारां विच इस विद्या को एक मानता दी है, समुंदरदायक विद्या। और जेकर किसी के मन में शंका हो, भाई गुरदास साहब दी वारां आपां सरवण कर सकते हैं। धन गुरु अमरदास महाराज राम लगे करन, उतों दी एक गुरमुख प्यारे लंघे जा रहे हैं जिन्हां कोल समुंदरदायक विद्या का ज्ञान है। उन्होंने देखिया एक बुजुर्ग बाबा आराम करता है, जिहदे पैरों में एक पद्म है। जिवें पंडित हरदयाल जी ने बचन किया सी, माता गोगिर सागर मार्ग देई। माता तृप्ता जी ने बचन किया सी पंडित हरदयाल जी ने, माता तेरा लाल इन्हां दा होएगा जिथों दी लंघ जाया करू समुंदर भी रस्ता दिया करनगे। गज के आखो सतनाम। धन गुरु नानक साहब महाराज ऐसे होणगे। अज पंडित की निगाह पई भी धन गुरु अमरदास महाराज जी के चरणों में एक पद्म है। ये जिहड़ा पद्म है जां तां राजे महाराजियां दे चरणों विच हुंदा है, जां जिहड़े कुदरत के फरिश्ते होण उन्हां दे चरणों विच हुंदा। पंडित जी रुक गए, गुरमुख प्यारे खड़ गए भी जदों बाबा जी नाम विच उठणगे ना। धन गुरु ग्रंथ साहब महाराज जी ने बाबा शब्द गुरमुख प्यारियां की बाबत गुरु ग्रंथ साहब महाराज जी की गुरबाणी च वरत्या होया। भाई शब्द भी सैकड़े थावां ते वरत्या होया। जिन्हां सास गिरास ना विसरै हर नामा मन मंत, धन से सही नानका पूर्ण सोई। कमाई वाले महापुरुषों की बाबत संत शब्द भी वरत्या होया। गुरु अर्जन साहब महाराज जी ने वरत्या होया, संतन का दाना रूखा सुसर्ब निधान। रब के प्यारियां का जिहड़ा खाना है वो बड़ा सादा है, रूखा मिसा है। सैकड़े वचन सतगुरु जी ने वरते। पंडित जी खड़ गए गुरमुख प्यारे, जो बाबा जी उठणगे ना फिर इन्हां दे दर्शन करके विचार करके फिर जावांगे। जदों बाबा अमरदास उठे, गुरमुख प्यारियां ने हाथ जोड़े, कहंदे बाबा जी तुसी सचमुच कोई कुदरत के फरिश्ते हो, तुहाडे चरणों च पद्म है, मैनू पहचान है। ये कृपा करो, तुसी सादे वस्त्र क्यों पहने हुए ने? कृपा करके मैनू परलोक का सुख बख्श दिओ। धन बाबा अमरदास कहन लगे, मैं तो एक कुदरत का बंदा हाँ, मात लोक विच भेजिया होया है, मैं तो कोई फरिश्ता नहीं है। कहते बाबा जी तुसी जरूर कोई ना कोई राजे महाराजे हो के जान के पहरावा बनाया होया।
ਮਹਾਰਾਜਾ ਰਣਜੀਤ ਸਿੰਘ ਦੇ ਕੋਲ ਇੱਕ ਗੁਣ ਸੀ, ਪਾਟੇ ਹੋਏ ਵਸਤਰ ਪਹਿਨ ਕੇ ਲਾਹੌਰ ਦੇ ਬਾਜ਼ਾਰਾਂ ਵਿੱਚ ਫਿਰਨਾ। ਮੇਰੇ ਰਾਜ ਵਿੱਚ ਕੋਈ ਭੁੱਖਾ ਤਾਂ ਨਹੀਂ ਹੈ, ਮੇਰੇ ਰਾਜ ਵਿੱਚ ਕੋਈ ਗਰੀਬ ਤਾਂ ਨਹੀਂ ਹੈ। ਜਿਨ੍ਹਾਂ ਦਾ ਦਿਲ ਅਮੀਰ ਹੋਵੇ ਉਹਨਾਂ ਇਨਸਾਨਾਂ ਦੀਆਂ ਨਿਸ਼ਾਨੀਆਂ ਐਸੀਆਂ ਹੁੰਦੀਆਂ ਨੇ, ਗੱਜ ਕੇ ਆਖੋ ਸਤਿਨਾਮ। ਉਹ ਬਹੁਤਾ ਵਿਖਾਵਾ ਨਹੀਂ ਕਰਦੇ। ਧੰਨ ਬਾਬਾ ਅਮਰਦਾਸ ਕਹਿਣ ਲੱਗੇ, ਗੁਰਮੁਖ ਪਿਆਰਿਓ, ਮੈਂ ਕੋਈ ਰਾਜਾ ਮਹਾਰਾਜਾ ਨਹੀਂ ਹੈ। ਇੱਥੇ ਨੇੜੇ ਬਸਰ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਨਕੇ ਸੀ ਨਾ ਜਿਹੜੇ, ਉਹ ਬਸਰ ਕੇ ਸੀ। ਗੁਰੂ ਰਾਮਦਾਸ ਮਹਾਰਾਜ ਜੀ ਨੇ ਬਸਰ ਕੇ ਪਿੰਡ ਵਿੱਚ ਘੁੰਗਣੀਆਂ ਵੇਚੀਆਂ। ਉੱਚੀ ਉੱਚੀ ਆਵਾਜ਼ ਦੇ ਕੇ ਕੋਈ ਘੁੰਗਣੀਆਂ ਲੈ ਲਓ, ਪਰ ਸਮਾਂ ਨਹੀਂ ਹੈ, ਸਮਾਂ ਕਿਸੇ ਦੀ ਲਿਹਾਜ਼ ਨਹੀਂ ਕਰਦਾ, ਆਪਣੀ ਚਾਲ ਤੇ ਤੁਰਿਆ ਜਾ ਰਿਹਾ। ਪਰ ਵੇਖੋ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਕਿੰਨੀ ਬਖਸ਼ਿਸ਼ ਹੋਈ। ਪਰ ਜਿੱਥੇ ਆਪਣਾ ਪ੍ਰਕਰਨ ਚੱਲ ਰਿਹਾ ਹੈ, ਧੰਨ ਬਾਬਾ ਅਮਰਦਾਸ ਨੂੰ ਫਿਰ ਉਹ ਗੁਰਮੁਖ ਪਿਆਰਿਆਂ ਨੇ ਇੱਕ ਬਚਨ ਆਖੇ, ਕਹਿੰਦੇ ਬਾਬਾ ਜੀ ਸਮਾਂ ਆਏਗਾ, ਸੱਚਮੁੱਚ ਸਮਾਂ ਬਦਲੇਗਾ, ਕੋਈ ਕੁਦਰਤ ਦੀ ਬਖਸ਼ਿਸ਼ ਹੋਏਗੀ, ਤੁਸੀਂ ਜ਼ਰੂਰ ਕੁਦਰਤ ਦੇ ਫਰਿਸ਼ਤੇ ਬਣੋਗੇ। ਜਾਂ ਸਮਾਂ ਆਏਗਾ ਤੁਸੀਂ ਰਾਜੇ ਮਹਾਰਾਜੇ ਬਣੋਗੇ। ਜੇ ਤੁਸੀਂ ਰਾਜੇ ਮਹਾਰਾਜੇ ਬਣ ਗਏ, ਮੈਂ ਤੁਹਾਡੇ ਕੋਲ ਦੁਨੀਆ ਦੇ ਪਦਾਰਥ ਮੰਗਣ ਵਾਸਤੇ ਆਵਾਂਗਾ। ਜਿੱਦਣ ਕਿਤੇ ਗੁਰੂ ਦੀ ਕਿਰਪਾ ਹੋਏਗੀ, ਮੈਂ ਤੁਹਾਡੇ ਤੋਂ ਪਰਲੋਕ ਦੇ ਸੁੱਖ ਮੰਗਣ ਵਾਸਤੇ ਆਵਾਂਗਾ, ਸਮਾਂ ਜ਼ਰੂਰ ਆਏਗਾ। ਬਚਨ ਕਰਕੇ ਚਲੇ ਗਏ। ਧੰਨ ਗੁਰੂ ਅਮਰਦਾਸ ਮਹਾਰਾਜ, ਹਜੇ ਬਾਬਾ ਅਮਰਦਾਸ ਸੀ, ਹਜੇ ਗੁਰੂ ਨਹੀਂ ਸੀ ਬਣੇ। ਸਤਿਗੁਰੂ ਤੁਰੇ ਜਾ ਰਹੇ ਨੇ, ਤੀਰਥ ਆਇਆ, ਸਤਿਗੁਰੂ ਝਾੜੂ ਲੱਗੇ ਲਾਉਣ। ਉੱਥੇ ਮਹਾਤਮਾ ਮਿਲ ਕੇ ਇੱਕ ਵੇਖਿਆ ਵੀ ਬਹੁਤ ਝਾੜੂ ਲਾਉਂਦੇ ਨੇ, ਬੜੀ ਸੰਗਤ ਕਰ ਰਹੇ ਨੇ। ਮਹਾਤਮਾ ਆਪਸ ਵਿੱਚ ਬਚਨ ਹੋਏ, ਵਿਚਾਰ ਵਟਾਂਦਰਾ ਹੋਇਆ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਨਾਲ ਉਹਨਾਂ ਦੇ ਪਿੰਡ ਵਿੱਚ ਚਲੇ ਗਏ ਬਸਰ ਕੇ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ ਗਏ, ਇੱਕ ਬਚਨ ਹੈ ਭਾਈ ਗੁਰਦਾਸ ਜੀ ਦਾ, ਇੱਥੇ ਵੇਖਣ ਨੂੰ ਆਮ ਮਿਲਿਆ ਹੈ। ਮਾਤ ਪਿਤਾ ਮਿਲ ਨਿਮਿਆ, ਆਸਾ ਬੰਤੀ ਉਦਰ ਮਝਾਰੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਚਨ ਵੀ ਸੁਣ ਲਿਓ। ਜਿਹੜੇ ਬੱਚੇ, ਜਿਹੜੀਆਂ ਬੱਚੀਆਂ, ਜਿਹੜੇ ਵੀਰ, ਜਿਹੜੀਆਂ ਭੈਣਾਂ ਆਪਣੇ ਮਾਪਿਆਂ ਦੇ ਆਗਿਆਕਾਰੀ ਨਹੀਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਯਾਦ ਰੱਖਿਓ, ਕਦੇ ਉਹਨਾਂ ਤੇ ਵੀ ਬਖਸ਼ਿਸ਼ ਨਹੀਂ ਹੋਏਗੀ। ਜਿਹੜੇ ਮਾਪਿਆਂ ਦਾ ਮਨ ਦੁਖੀ ਹੈ, ਮਾਂ ਤੇ ਪਿਤਾ, ਗੁਰਦੇਵ ਮਾਤਾ ਸਾਡੇ ਜਿਉਂਦੇ ਰੱਬ ਨੇ, ਸਾਡੇ ਮਾਪੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇੱਕ ਬਚਨ ਕੀਤਾ, ਕਹਿੰਦੇ ਦੱਸੋ ਮਾਂ ਤੋਂ ਵੱਡਾ ਪੈਗੰਬਰ ਹੈ ਕੋਈ? ਮਾਂ ਤੋਂ ਵੱਡਾ ਗੁਰੂ ਹੈ ਕੋਈ? ਦਸੀ ਮਾਸੀ ਹੁਕਮ ਬਾਲਕ ਜਨਮ ਲਿਆ। ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ। ਕਹਿੰਦੇ ਮਾਂ ਨੇ ਆਪਣੇ ਪੇਟ ਵਿੱਚ ਬੱਚੇ ਨੂੰ 10 ਮਹੀਨੇ ਰੱਖ ਕੇ ਪਾਲਿਆ। ਕਹਿੰਦੇ ਮਾਂ ਤੋਂ ਵੱਡਾ ਕੋਈ ਗੁਰੂ ਹੈ? ਮਾਂ ਜਿੰਨੀ ਕੋਈ ਘਾਲਣਾ ਘਾਲ ਸਕਦਾ ਹੈ? ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ। ਤੁਸੀਂ ਬਾਣੀ ਚੋਂ ਪੜ੍ਹੋ, ਪਰ ਬਾਣੀ ਨੂੰ ਵਿਚਾਰਨਾ ਹੈ, ਇਕੱਲੇ ਪੜ੍ਹਨ ਤੱਕ ਸੀਮਤ ਨਹੀਂ ਰਹਿਣਾ। ਆਪਾਂ ਬਾਣੀ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੈ। ਜੇ ਕਿਤੇ ਭਾਈ ਗੁਰਦਾਸ ਸਾਹਿਬ ਦੇ ਬਚਨਾਂ ਨੂੰ ਪੜ੍ਹ ਲਈਏ, ਜਿਹੜੀਆਂ ਭੈਣਾਂ ਹਜੇ ਗ੍ਰਸਤੀ ਨਹੀਂ ਹੋਈਆਂ, ਜਿਹੜੇ ਵੀਰ ਹਜੇ ਗ੍ਰਸਤੀ ਨਹੀਂ ਹੋਏ, ਜੇ ਕਿਤੇ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਪੜ੍ਹ ਲੈਣ, ਆਪਣੇ ਹਿਰਦੇ ਵਿੱਚ ਵਸਾ ਲੈਣ, ਉਹਨਾਂ ਨੂੰ ਜ਼ਿੰਦਗੀ ਵਿੱਚ ਜ਼ਿੰਮੇਵਾਰੀਆਂ ਨਿਭਾਉਣ ਦੀ ਔਰ ਜ਼ਿੰਦਗੀ ਜਿਉਣ ਦੀ ਜਾਚ ਆਏਗੀ। ਗੱਜ ਕੇ ਆਖੋ ਸਤਿਨਾਮ। ਪੜੋ ਭਾਈ ਗੁਰਦਾਸ ਜੀ ਨੂੰ, ਮਾਤ ਪਿਤਾ ਮਿਲ ਨਿਮਿਆ, ਆਸਾ ਬੰਤੀ ਉਦਰ ਮਝਾਰੇ। ਰਸ ਕਸ ਖਾਏ ਨਲਚ ਹੋਏ, ਚੋਹੇ ਚੋਹੇ ਧਰਨ ਤਰੇ ਪਗ ਧਾਰੇ। ਪੇਟ ਵਿੱਚ 10 ਮਾਂ ਰੱਖ। ਮਾਂ ਨੇ ਤਾਂ ਆਪਣੇ ਪੇਟ ਵਿੱਚ ਬੱਚੇ ਨੂੰ 10 ਮਹੀਨੇ ਰੱਖ ਕੇ ਪਾਲਿਆ। ਪੀੜਾ ਖਾਏ ਜਣੇ ਪੁੱਤ ਪਿਆਰੇ, ਜਣ ਕੇ ਪਾਲਾ ਕਸ਼ਟ ਕਰ ਖਾਣ ਪਾਣ ਵਿੱਚ ਸੰਜਮ ਸਾਰੇ। ਗੁੜਤੀ ਦੇ ਪਿਆਲ ਦੁੱਧ, ਉੱਡੀ ਵੱਡੀ ਦੇ ਨਿਹਾਰੇ।
मां ने तो अपनी सारी जवानी घोल के दुध के रूप में अपने बच्चों को प्या दी। गज के आखो सतनाम। मां तो बड़ा कोई गुरु नहीं बन सकता। इस करके मापियां की असीस जिन्हां जिन्हां ने लई पूता माता की असीस निमख ना बिसरै तुमको हर हर सदा भजो जगदीश। ये असीसा माता भानी जी ने किसी समय धन गुरु अर्जन देव महाराज जी को दित्तियां सी। बाबा पिरथी चंद इन्हां बचनां तो वांझे रह गए, बाबा महादेव इन्हां बचनां तो वांझे रह गए। देखो फिर अज धन गुरु अर्जन साहब महाराज जी को नमस्कार हो रही। ये असीस मिली सी माता भानी जी की गुरु अर्जन देव महाराज जी को। मापियां की असीस बड़ी जरूरी है, मापियां की खुशी बड़ी जरूरी है। धन गुरु अमरदास महाराज जी का परिवार, सारियां धीआं सारे बच्चे बड़ी सेवा कर रहे हैं। महात्मा अपनी मौज में आए, कहते बाबा जी तुहाडे बच्चे तुहाडी बहुत सेवा करते हैं, तुहाडे आखे लगते हैं। कलयुग का घोर समय है, कोई बिरले बच्चे होणगे जिहड़े अपने मापियां दे आग्याकारी होणगे। अपनी मौज में महात्मा कहन लगे तुहाडे उत्ते बड़ी गुरु की बख्शिश है, हुण ऐ दसो भी तुहाडा गुरु कौन है। बाबा अमरदास चुप कर गए। बाबा जी चुप क्यों करके क्यों नहीं बोलते हैं, दसो तुहाडा गुरु कौन है, मैं उहदे चरणों तो बलिहार जावां। महात्मा कहन लगे मैं ऐसे गुरु के चरणों की धूड़ बन जावां जिन्हां दा परिवार भी बहुत आग्याकारी है, जिहड़ी घर विच बुजुर्गों की सेवा भी बहुत है। आ सारे शब्द भी पढ़ो नाल नाल, कोई रसना बांझी ना रहे, सारियां दी आवाज आवे। साजन तेरी चरण के होए महात्मा ने हाथ जोड़े हुए हैं, कहते बाबा जी ऐसे गुरु तो बलिहार जावा, बलिहारी गुरे अपने द्यों माड़ी सतवार। धन बाबा अमरदास को कहने लगे बाबा जी बोलते क्यों नहीं है।
ਧੰਨ ਗੁਰੂ ਅਮਰਦਾਸ ਮਹਾਰਾਜ ਵੈਰਾਗੀ ਹੋ ਗਏ। ਬਾਬਾ ਜੀ ਜੇ ਸੱਚ ਪੁੱਛਦੇ ਹੋ ਹਜੇ ਤੱਕ ਗੁਰੂ ਧਾਰਨੀ ਨਹੀਂ ਕੀਤਾ, ਗੱਜ ਕੇ ਆਖੋ ਸਤਿਨਾਮ। ਮਹਾਤਮਾ ਕਹਿਣ ਲੱਗੇ, ਹੁਣ ਸੁਣਿਓ ਸਤਿਗੁਰੂ ਜੀ ਦਾ ਇੱਕ ਬਚਨ ਹੈ, ਗ੍ਰਹਿ ਸਾਕਤ 36 ਪ੍ਰਕਾਰ ਤੇ ਲਿਖੂ ਸਮਾਨ, ਭਗਤ ਜਨਾਂ ਕਾ ਲੂਗਰਾ ਓੜ ਨਗਰ ਨਾ ਹੋਏ, ਸਾਕਤ ਸਿਰ ਕੋ ਰੇਸ਼ਮੀ ਪਹਿਰਤ ਪਤ ਖੋਏ, ਸਾਕਤ ਸਿਉ ਮੁਖ ਜੋਰੀ ਹੈ ਅਤ ਵਿੱਚੋਂ ਟੁੱਟੈ। ਕਹਿੰਦੇ ਮਹਾਤਮਾ ਜਿਹੜਾ ਬੰਦਾ ਜੁੜਿਆ ਨਹੀਂ ਨਾ ਹੋਇਆ, ਸਤਿਗੁਰੂ ਕਹਿੰਦੇ ਨੇ ਹੈ ਤਾਂ ਮਨੁੱਖ ਹੈ। ਇੱਕ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਤੁਹਾਨੂੰ ਇੱਕ ਪ੍ਰਮਾਣ ਦੇਵਾਂਗੇ। ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ, ਕੋਈ ਗੁੱਸਾ ਨਾ ਮਨਾਇਓ। ਆਪਾਂ ਸਾਰੇ ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਜਿਹੜਾ ਜੁੜਿਆ ਨਹੀਂ ਹੋਇਆ, ਭਾਈ ਸੰਤੋਖ ਸਿੰਘ ਜੀ ਨੇ ਇੱਕ ਪ੍ਰਮਾਣ ਦਿੱਤਾ, ਉੱਚੋ ਤੇ ਤੁੱਚੋ ਨਹੀਂ ਉੱਚੋ ਗੁਣ ਕਰ ਹੋਏ, ਕਾਗੇ ਤਾਰੀ ਪਰਵ ਹੈ ਕਾਜਾ ਖਗਪਤ ਕੋਏ। ਤੁਸੀਂ ਕਾਂ ਵੇਖਿਆ ਹੋਏਗਾ, ਮੈਨੂੰ ਅੰਗਰੇਜ਼ੀ ਵਿੱਚ ਤਾਂ ਕਹਿਣਾ ਨਹੀਂ ਹੁੰਦਾ, ਕਾਂ ਵੇਖਿਆ ਹੋਏਗਾ ਆਪ ਜੀ ਨੇ, ਉਡਾਰੀ ਮਾਰਦਾ ਹੈ, ਕਦੇ ਕਿਸੇ ਦੇ ਘਰ ਦੇ ਬੈਠ ਜਾਂਦਾ ਮਹਿਲ ਤੇ ਉਡਾਰੀ ਮਾਰਦਾ, ਕਦੇ ਕਿਸੇ ਵੱਡੇ ਦਰਖਤ ਤੇ ਬੈਠ ਜਾਂਦਾ ਹੈ। ਭਾਈ ਸੰਤੋਖ ਸਿੰਘ ਕਹਿੰਦੇ ਦੱਸੋ ਕਾਂ ਵੱਡਿਆਂ ਦਰਖਤਾਂ ਤੇ ਵੱਡਿਆਂ ਘਰਾਂ ਤੇ ਬਹਿਣ ਕਰਕੇ ਕਦੇ ਵੱਡਾ ਬਣਿਆ? ਕਹਿੰਦੇ ਕਾਂ ਤਾਂ ਕਾਂ ਹੀ ਰਹਿੰਦਾ ਹੈ। ਗੱਜ ਕੇ ਆਖੋ ਸਤਿਨਾਮ। ਸੁਖਮਨੀ ਸਾਹਿਬ ਵਿੱਚ ਮੇਰੇ ਸਤਿਗੁਰੂ ਜੀ ਨੇ ਵੀ ਬਚਨ ਕਰ ਦਿੱਤਾ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾਂ ਕਰੈ। ਜੇ ਤੂੰ ਗੁਰੂ ਨਾਲ ਜੁੜਿਆ ਨਹੀਂ ਨਾ, ਜੇ ਤੂੰ ਹਜੇ ਤੱਕ ਪਛਾਣਿਆ ਹੀ ਨਹੀਂ ਮੈਂ ਆਇਆ ਕਾਹਦੇ ਵਾਸਤੇ, ਮੇਰਾ ਏਮ ਕੀ ਹੈ, ਜੇ ਤੇਰੀ ਬਿਰਤੀ ਕੇਵਲ ਇਹੀ ਬਣੀ ਹੋਈ ਹੈ ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ, ਫਿਰ ਭਾਈ ਸੰਤੋਖ ਸਿੰਘ ਕਹਿੰਦੇ ਤੂੰ ਕਾਂ ਹੀ ਹੈ ਬਸ। ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਦਰਿਆਵੇ ਕਿੰਨੇ ਬਗਲਾ, ਤੂੰ ਬਗਲਾ ਹੀ ਹੈ। ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹੈ ਤਾਂ ਮਨੁੱਖ ਹੈ ਪਰ ਤੇਰੀਆਂ ਕਰਤੂਤਾਂ ਪਸ਼ੂ ਵਾਲੀਆਂ ਹੀ ਨੇ। ਗੱਜ ਕੇ ਆਖੋ ਸਤਿਨਾਮ। ਇਹ ਸਾਰੇ ਗੁਰਬਾਣੀ ਵਿੱਚੋਂ ਢੁਕਦੇ ਪ੍ਰਮਾਣ ਨੇ। ਧੰਨ ਬਾਬਾ ਅਮਰਦਾਸ ਕਹਿੰਦੇ ਬਾਬਾ ਜੀ ਗੁਰੂ ਤਾਂ ਕੋਈ ਧਾਰਨੀ ਨਹੀਂ ਕੀਤਾ ਹੈ। ਕਹਿੰਦੇ ਜਾ ਨਗੁਰਿਆ, ਨਗੁਰਿਆਂ ਦੇ ਘਰ ਦਾ ਖਾਣਾ ਵੀ ਮਾੜਾ ਹੈ। ਬਸ ਫਿਰ ਮਹਾਤਮਾ ਘਰ ਚੋਂ ਬਾਹਰ ਨਿਕਲ ਗਏ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੀਜੇ। ਜਦੋਂ ਕਿਤੇ ਗੁਰੂ ਬਖਸ਼ਿਸ਼ ਕਰੇ, ਤੀਰ ਵੱਜ ਜਾਵੇ, ਇੱਕ ਗਣਕਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਚ ਉਹਦਾ ਜ਼ਿਕਰ ਹੁੰਦਾ, ਜਿਸ ਲਾਗੀ ਪੀਰ ਪਰਮ ਕੀ ਸੋ ਜਾਣੈ ਜਰੀਆ। ਆਸਾ ਜੀ ਦੀ ਵਾਰ ਦਾ ਵਚਨ ਹੈ, ਜੀਵਨ ਮੁਕਤ ਸੋ ਆਖੀ ਹੈ ਮਰ ਜੀਵੈ ਮਰੀਆ, ਜਨ ਨਾਨਕ ਸਤਿਗੁਰ ਮੇਲ ਹਰ ਜਗ ਦੂਤਰ ਕਰੀਆ। ਧਿਆਨ ਦਿਓ ਗੁਰਮੁਖੋ, ਐਸੇ ਪ੍ਰਮਾਣ ਧੰਨ ਗੁਰੂ ਅਮਰਦਾਸ ਮਹਾਰਾਜ ਜੇ ਮੰਜੇ ਤੇ ਬਹਿੰਦੇ ਨੇ ਨਾ ਤਾਂ ਸ਼ਾਂਤੀ ਨਹੀਂ ਆਉਂਦੀ। ਹੁਣ ਕੈਸਾ ਬਚਨ ਕਰਕੇ ਮਹਾਤਮਾ, ਜੇ ਰਾਮ ਕਰਦੇ ਨੇ ਤਾਂ ਨੀਂਦ ਨਹੀਂ ਪੈਂਦੀ। ਧੰਨ ਬਾਬਾ ਅਮਰਦਾਸ, ਮਨ ਦੀ ਬਿਰਤੀ ਐਸੀ ਬਣ ਗਈ, ਘਰ ਵਿੱਚ ਇੱਕ ਵੀ ਜੁੜਿਆ ਹੋਵੇ ਨਾ, ਇੱਕ ਵੀ, ਧਿਆਨ ਦਿਓ ਪਿਆਰਿਓ, ਇੱਕ ਵੀ ਜੁੜਿਆ ਹੋਵੇ ਉਹ ਸਾਰੇ ਪਰਿਵਾਰ ਤੇ ਕਿਰਪਾ ਕਰ ਸਕਦਾ। ਗੁਰਮੁਖ ਜਪੀਐ ਲਾਇ ਧਿਆਨਾ, ਆਪ ਤਰੈ ਸਗਲੇ ਕੁਲ ਤਾਰੈ, ਹਰ ਦਰਗਹਿ ਪਦ ਸਿਉ। ਪਰ ਇੱਕ ਵੀ ਜੁੜਿਆ ਹੋਵੇ, ਗੱਲ ਹੀ ਹੈ ਵਿਖਾਵਾ ਨਾ ਹੋਵੇ। ਜਿਹੜੇ ਬੰਦੇ ਦੇ ਕੋਲ ਕੱਲਾ ਵਿਖਾਵਾ ਹੀ ਹੈ, ਜੁੜਿਆ ਨਹੀਂ ਹੋਇਆ, ਉਹ ਭੇਖ ਹੈ, ਉਹ ਵਿਖਾਵਾ ਹੈ। ਪਰ ਜਿਹੜਾ ਅੰਦਰੋਂ ਜੁੜਿਆ ਹੋਇਆ ਹੈ ਉਹ ਵਿਖਾਵਾ ਨਹੀਂ ਹੈ, ਉਹ ਤਾਂ ਜੁੜਿਆ ਹੋਇਆ ਹੈ, ਉਹਦੇ ਉੱਤੇ ਤਾਂ ਫਿਰ ਕਿਰਪਾ ਹੈ। ਨੋਟ ਕਰਿਓ, ਜਿਹੜਾ ਰੋਜ਼ ਜਪਜੀ ਸਾਹਿਬ ਦਾ ਪਾਠ ਕਰੇਗਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਵਿੱਚ ਸਭ ਤੋਂ ਮਹਿੰਗੀ, ਸਭ ਤੋਂ ਔਖੀ ਬਾਣੀ ਹੈ ਜਪਜੀ ਸਾਹਿਬ ਦਾ ਪਾਠ। ਇਹ ਗੱਲ ਨੂੰ ਗੌਰ ਨਾਲ ਸਰਵਣ ਕਰਿਓ। ਜਿੱਦਣ ਜਪਜੀ ਸਾਹਿਬ ਦਾ ਗਿਆਨ ਹੋ ਗਿਆ, ਉਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਦਾ ਗਿਆਨ ਹੋ ਜਾਏਗਾ। ਤੁਸੀਂ ਪ੍ਰਾਤਨ ਸ਼ਹੀਦਾਂ ਦਾ ਜ਼ਿਕਰ ਪੜ੍ਹਿਓ। ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਦੀ ਧਰਤੀ ਤੇ 111 ਪਾਠ ਜਪਜੀ ਸਾਹਿਬ ਦੇ ਕਰਦੇ ਹੁੰਦੇ ਸੀ, ਫਿਰ ਬਾਹਰ ਆਉਂਦੇ ਹੁੰਦੇ ਸੀ।
बाबा मणि सिंह जी श्री दरबार साहब के हैड ग्रंथी रहे। सारा दिन जपजी साहब का पाठ करते रहते सी। बंद कटिया गया पर गुरु नालों नहीं टुटे गज के अखो सतनाम, क्योंकि जपजी साहब नाल जुड़े हुए सी। जपजी साहब बहुत बड़ी पावर है। कोई श्रद्धा तो रखे। अज सानू साडे गुरु ते श्रद्धा नहीं है, बिरलियां नूं श्रद्धा है जिहड़े सचमुच गुरु ते भरोसा रखण वाले होण। अज ख्याल करियो, धन बाबा अमरदास अज उन्हां दे घर विच जिहड़ी गुरु अंगद साहब महाराज जी की सपुत्री सी, दो सपुत्रियां सी गुरु अंगद देव महाराज जी दीयां, एक बीबी अमरो, एक बीबी अनोखी। हुण साडा इतिहास नहीं गा, बाहरी गल्लां जो मर्जी पुछ लियो। उन्हां दी बाबत एक प्रमाण है, नाम बिना सब कूड़ गाली होछियां। गुरु तो बिना, गुरबाणी तो बिना जिन्नियां भी गल्लां हन सारा कुछ कूड़ है, ओछापन है, बस एक बखावापन है। गुरसिखा तेरा तो पहरावा भी सादा होवे, कपड़ रूप सहावना, छट दुनिया अंदर जावना, मंदा चंगा अपना आपे ही कीता साडा रहना सादा, साडा पहरावा सादा। अज गुरु साहब की सपुत्री गुरु अंगद साहब महाराज जी की बासर के पिंड विच गुरु अमरदास महाराज जी के भरा की नूह है बीबी अमरो, गुरु अंगद साहब की सपुत्री। एक नोट करियो भैणा साडियां मावां, जदों गुरु अंगद साहब महाराज जी ने अपनी सपुत्री बीबी अमरो का विआह किया ना, एक बचन आखिया सी बीबी अमरो, बेटा जिन्ना टाइम मैं तेनू मेरे को वापस नहीं बुलाऊंगा खडूर साहब की धरती ते, तू तेरे सौहरियां की आग्या तो बिना मैनू मिलन नहीं आउणा। तेरे सौहरियां विच ही तेरा पिता है, बस तू उस परिवार की सेवा करनी है, उत्थे खुशी लैनी है, मन की मर्जी नहीं करनी। और जिहड़ियां धीआं अपने वड्डियां दीआं असीसां लै जाण, वो बहुत वड्डी बख्शिश दे पात्र बन जांदियां ने। आओ प्यारे, समा भी अपनी चाल से चलता जा रहा है। अमृत वेले के 2 बजे बीबी अमरो हुण गुरु साहब की सपुत्री कहाउण का माण प्राप्त होया। उच्ची उच्ची जपजी साहब का पाठ आरंभ कर दिता। जपजी साहब की आवाज आ रही है। ये बाणी की आवाज गुरु अमरदास महाराज जी के कन्ना च पई, पर साडा हाल तो होर ही बनया होया। सुन सुन रीने कन होर कुछ ही सुनते हैं, अखां द्वारा होर कुछ देखते हैं, कन्ना द्वारा होर कुछ देखते हैं, जीभा द्वारा होर कुछ बोलते हैं। अखी वेखना रचियां मोह रंग तमाशे, उस्तत निंदा कन सुन रोवण तै हसदे। नोट करियो, जेड़े मनुख गुरु ग्रंथ साहब महाराज जी के चरणों जुड़ के नहीं ना बैठ सकते, दीवान लग्या होवे, उन्हां दी बाबत भी एक प्रमाण है। जिनके चित्त कठोर है ऐसे बाहै ना सतगुर पास। जेड़े मनुखां दे चित्त कठोर ने, वो गुरु ग्रंथ साहब महाराज जी के चरणों जुड़ के नहीं बैठ सकते। क्यों? जेड़ा सुनियार सोने के गहने बनाता है, तुसीं उत्थे जाओ, एक प्रैक्टिकल करके देख सकते हो। जदों सोने नूं कठाड़ी च पा के सेक देगा, उच्ची उच्ची आवाज आएगी सोने चों, गड़ गड़ दी आवाज़ां आउणगीआं। कारण वो सोने विच तांबे की मिलावट है। जेड़ा शुद्ध सोना होएगा, जिहदे च मिलावट नहीं ना है, उहदे विचों कदे आवाज़ नहीं आउंदी गज के आखो सतनाम। जेड़े जुड़े हुए ने, ख्याल करियो कदे उठ के नहीं जाणगे। उन्हां दी बिरती बस इत्थे सतगुरु बस किरपा ही करियो। अज फिर जपजी साहब की समाप्ति हुई अमृत वेले, नाल नाल घर का काम करन लगी बीबी अमरो। बीबी अमरो जी ने मधाणी च दुध पाया, दुध लगे रिड़कण, श्री आसा जी की वार का पाठ आरंभ हो गया। दिन चढ़िया, धन बाबा अमरदास बीबी कोल गए, बेटा समाजिक रिश्ता तेरे नाल नूह दा है, नूह तो भाव तू मेरी सपुत्रियां भी थाते हैं, पर मैनू किरपा करके ऐ दस
ਅੰਮ੍ਰਿਤ ਵੇਲੇ ਜਿਨ੍ਹਾਂ ਦੇ ਬਚਨ ਪੜ੍ਹਦੀ ਸੈਂ ਉਹ ਕੌਣ ਨੇ? ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ, ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਘਰ। ਇਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਬਾਣੀ, ਉਹਦਾ ਜਾਪ ਹੈ। ਬੇਟਾ ਇਹ ਬਾਣੀ ਸੁਣ ਕੇ ਮੇਰੇ ਮਨ ਨੂੰ ਸ਼ਾਂਤੀ ਆ ਗਈ। ਮਨ ਅਸ਼ਾਂਤ ਹੋਇਆ ਪਿਆ ਸੀ, ਚੈਨ ਹੀ ਨਹੀਂ ਸੀ ਹੈ। ਮੈਨੂੰ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਲੈ ਕੇ ਚੱਲੋ। ਬੀਬੀ ਜੀ ਨੇ ਹੱਥ ਜੋੜੇ, ਪਿਤਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚਖੰਡ ਪਿਆਨਾ ਕਰ ਗਏ, ਪਰ ਮੇਰੇ ਪਿਤਾ ਜੀ ਸੰਸਾਰਕ ਦੁਸ਼ਮਣੀ ਰਿਸ਼ਤਾ ਹੈ, ਇਸ ਵੇਲੇ ਗੁਰਤਾ ਗੱਦੀ ਤੇ ਹਨ, ਜਿਨ੍ਹਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਗੁਰਤਾ ਗੱਦੀ ਦਾ ਤਿਲਕ ਲਾਇਆ ਔਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਲਵਾਇਆ। ਇਹ ਬਚਨ ਕਹੇ ਸੀ, ਨਾ ਬਾਬਾ ਗੋਰ ਨਾ ਬਾਬਾ ਬੜੀ ਗੁਰ ਅੰਗਦ ਕੇ ਹੀਏ ਵਾਹੇ, ਅੰਗ ਪਰਸ ਕੇ ਅੰਗਦ ਬਣਿਆ ਜਿਉਂ ਦੀਵੇ ਤੂੰ ਦੀਵਾ। ਕਦੇ ਪੜ੍ਹੋ ਗੁਰੂ ਪ੍ਰਤਾਪ ਸੂਰਜ ਗ੍ਰੰਥ। ਭਾਈ ਦੇਸਾ ਸਿੰਘ, ਬਾਬਾ ਕਰਮ ਸਿੰਘ ਹਿਸਟੋਰੀਅਨ, ਪ੍ਰੋਫੈਸਰ ਗੰਡਾ ਸਿੰਘ, ਜਿਹੜੇ ਸਿੱਖ ਕੌਮ ਵਿੱਚ ਡਾਕਟਰ ਭਾਈ ਵੀਰ ਸਿੰਘ ਜਿਨ੍ਹਾਂ ਨੂੰ ਮਾਣ ਸਨਮਾਨ ਮਿਲਿਆ, ਇਹ ਉਹਨਾਂ ਦੀ ਲੇਖਣੀ ਹੈ। ਹੱਥ ਜੋੜੇ ਵੀ ਹੁਣ ਗੁਰੂ ਅੰਗਦ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਹਨ। ਉਸ ਵੇਲੇ ਬੀਬੀ ਅਮਰੋ ਜੀ ਨੂੰ ਕਹਿਣ ਲੱਗੇ, ਬੇਟਾ ਬੇਸ਼ੱਕ ਉਹ ਰਿਸ਼ਤੇਦਾਰੀ ਵਿੱਚੋਂ ਮੇਰੇ ਕੁੜਮ ਹਨ, ਰਿਸ਼ਤਾ ਸੀ ਕੁੜਮ ਦਾ, ਐ ਕਰ ਹੁਣ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਲੈ ਚੱਲ। ਪਿਤਾ ਜੀ ਗੁਰੂ ਪਿਤਾ ਦੀ ਆਗਿਆ ਨਹੀਂ ਹੈ, ਉਹਨਾਂ ਦੇ ਹੁਕਮ ਤੋਂ ਬਿਨਾਂ ਮੈਂ ਜਾ ਨਹੀਂ ਸਕਾਂਗੀ। ਬੇਟਾ ਮੈਂ ਬੇਨਤੀ ਕਰਾਂਗਾ, ਹੁਣ ਭਿਖਾਰੀ ਬਣ ਕੇ ਆਇਆ, ਪਹਿਲਾਂ ਵਚਨ ਚੱਲ ਰਿਹਾ ਸੀ, ਹਮ ਭੀਖ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਇਆਲ ਨਾਮ ਦੇਵ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ। ਬਿਨਤ ਤੋਂ ਉਰਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹ, ਨਾਮ ਸੰਤੋਖੀਆ ਉਤਰੈ ਮਨ ਕੀ। ਉਸ ਵੇਲੇ ਫਿਰ ਬੀਬੀ ਅਮਰੋ ਜਾਣ ਵਾਸਤੇ ਤਿਆਰ ਹੋਈ, ਨੰਗੇ ਪੈਰੀ ਪੈਦਲ ਚੱਲ ਕੇ ਗਏ। ਨੋਟ ਕਰਿਓ, ਮਾਤਾ ਗੰਗਾ ਰਥ ਤੇ ਸਵਾਰ ਹੋ ਕੇ ਚਲੀ ਗਈ ਸੀ। ਬਾਬਾ ਬੁੱਢਾ ਸਾਹਿਬ ਜੀ ਕੋਲ ਬਚਨ ਆਇਆ ਸੀ, ਕੰਗਰਾਲਾ ਸ਼ਬਦ ਸੁਣਾਏ ਕਿ ਕਿਉਂ ਆਈਏ ਹਿਠਾਏ। ਲੋਕਾਂ ਨੂੰ ਤਾਂ ਭਾਜੜ ਪੈਂਦੀ ਹੈ, ਅੱਜ ਗੁਰੂ ਕਿਆਂ ਨੂੰ ਕਿਹਨਾਂ ਨੇ ਭਾਜੜ ਪਾਈ ਹੋਈ ਹੈ ਵੀ ਰਥ ਤੇ ਸਵਾਰ ਹੋ ਕੇ ਆ ਰਹੇ ਨੇ, ਕਿਉਂਕਿ ਵਿਖਾਵਾ ਪਸੰਦ ਨਹੀਂ ਸੀ ਆਇਆ। ਇਹ ਕੱਲ ਦੇ ਦੀਵਾਨ ਵਿੱਚ ਪ੍ਰਕਰਨ ਰੱਖਾਂਗੇ, ਅੱਜ ਨਹੀਂ, ਵੀ ਗੁਰੂ ਘਰ ਵਿੱਚ ਸਾਦਾ ਪਹਿਰਾਵਾ ਔਰ ਨਿਮਰਤਾ ਸਹਿਤ ਆਉਣਾ ਕਿਵੇਂ ਹੈ। ਧੰਨ ਬਾਬਾ ਅਮਰਦਾਸ, ਬੀਬੀ ਅਮਰੋ ਜੀ ਨੰਗੇ ਪੈਰੀ ਪੈਦਲ ਚੱਲ ਕੇ ਗਏ ਖਡੂਰ ਸਾਹਿਬ ਦੀ ਧਰਤੀ ਤੇ। ਜਾ ਕੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਹੋਏ। ਬੇਟਾ ਜਦੋਂ ਤੂੰ ਵਿਆਹੀ ਸੀ ਤੈਨੂੰ ਇੱਕ ਬਚਨ ਆਖਿਆ ਸੀ, ਤੂੰ ਆ ਕਿਵੇਂ ਗਈ? ਬਾਦਸ਼ਾਹ ਰਿਸ਼ਤੇਦਾਰੀ ਵਿੱਚੋਂ ਤੁਹਾਡੇ ਕੁੜਮ ਲੱਗਦੇ ਨੇ ਬਾਬਾ ਅਮਰਦਾਸ, ਉਹ ਮੈਨੂੰ ਲੈ ਕੇ ਆਏ ਨੇ, ਉਹ ਵੀ ਪਿਤਾ ਦੀ ਥਾਂ ਤੇ ਹਨ। ਸਤਿਗੁਰੂ ਤੁਹਾਨੂੰ ਦੱਸ ਦੇਣਗੇ, ਮੈਨੂੰ ਤਾਂ ਉਹ ਨਾਲ ਲੈ ਕੇ ਆਏ ਨੇ ਜਿੱਥੇ ਗੁਰੂ ਸਾਹਿਬਾਨਾਂ ਨੇ ਗੁਰਤਾ ਗੱਦੀ ਤੇ ਸੇਵਾ ਕੀਤੀ ਹੈ। ਨੋਟ ਕਰਿਓ, ਸੰਸਾਰਕ ਜ਼ਿੰਮੇਵਾਰੀਆਂ ਵੀ ਨਿਭਾਈਆਂ। ਸਤਿਗੁਰੂ ਸਾਹਿਬ ਜੀ ਨੇ ਸੰਸਾਰਕ ਜ਼ਿੰਮੇਵਾਰੀਆਂ ਵੀ ਨਿਭਾਈਆਂ। ਸਤਿਗੁਰੂ ਕਹਿਣ ਲੱਗੇ ਵੀ ਬਾਬਾ ਅਮਰਦਾਸ ਮੇਰੇ ਕੁੜਮ ਨੇ, ਫਰਜ਼ ਹੈ ਕੁੜਮ ਦਾ ਸਤਿਕਾਰ ਕਰਨਾ। ਆਸਣ ਤੋਂ ਉੱਠੇ ਔਰ ਕੁੜਮ ਨੂੰ ਲੈਣ ਵਾਸਤੇ ਗਏ। ਬਾਬਾ ਅਮਰਦਾਸ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਚਰਨ ਫੜ ਲਏ। ਪਾਤਸ਼ਾਹ ਮੈਂ ਤੁਹਾਡਾ ਕੁੜਮ ਬਣ ਕੇ ਨਹੀਂ ਆਇਆ, ਤੁਸੀਂ ਆਸਣ ਤੇ ਬਿਰਾਜਮਾਨ ਹੋਵੋ, ਮੈਂ ਤਾਂ ਤੁਹਾਡਾ ਸੇਵਕ ਬਣ ਕੇ ਆਇਆ, ਸੇਵਕ ਬਣ ਕੇ। ਔਰ ਜੇ ਸੇਵਕ ਬਣਨਾ ਹੈ ਇਹ ਗੱਲਾਂ ਨਾਲ ਵੀ ਬਣਿਆ ਜਾਏਗਾ। ਜੇ ਨਿਤਨੇਮ ਕਰ ਲਿਆ, ਆਪਾਂ ਕਹਿ ਦਿੰਦੇ ਹਾਂ ਜਿੰਨਾ ਮੈਂ ਨਿਤਨੇਮ ਕਰਦਾ ਕੋਈ ਕਰਦਾ ਹੀ ਨਹੀਂ ਹੈ। ਕਲਗੀਧਰ ਪਿਤਾ ਦਾ ਇੱਕ ਪ੍ਰਕਰਣ ਹੈ, ਜਿਹੜਾ ਸਿੱਖ ਸੇਵਾ ਕਰਕੇ ਆਖੇ, ਜਿਹੜਾ ਸਿੱਖ ਬਾਣੀ ਪੜ੍ਹ ਕੇ ਆਖੇ, ਉਹਦਾ ਕੀਤਾ ਹੋਇਆ ਸਾਰਾ ਕੁਝ ਨਸ਼ਟ ਹੋ ਜਾਏਗਾ। ਗੱਜ ਕੇ ਆਖੋ ਸਤਿਨਾਮ। ਧਿਆਨ ਦਿਓ ਪਿਆਰਿਓ, ਸੇਵਾ ਕਰਕੇ ਜਣਾਉਣਾ ਨਹੀਂ ਹੈ, ਸ਼ਰਧਾ ਤੇ ਭਾਵਨਾ ਨਾਲ ਸੇਵਾ ਕਰਨੀ ਹੈ, ਵਿਖਾਵਾ ਨਾ ਹੋਵੇ। ਉਸ ਵੇਲੇ ਫਿਰ ਬੀਬੀ ਅਮਰੋ ਜੀ ਵਾਪਸ ਆ ਗਏ ਬਾਸਰ ਕੇ। ਜਦੋਂ ਬਾਬਾ ਅਮਰਦਾਸ ਜੀ ਨੇ ਬਚਨ ਕਹੇ ਨਾ ਮੈਂ ਸੇਵਕ ਬਣ ਕੇ ਆਇਆ, ਗੁਰੂ ਅੰਗਦ ਸਾਹਿਬ ਨੇ
बाबा अमरदास जी ने मुड़ के बुलाया नहीं है, बोले ही नहीं है। धन बाबा अमरदास बड़े हैरान में भी पहला तो मेरे सतगुरु मैनू बुलाते सी पर हुण बुलाया ही नहीं, ये की खेड़ वापर गई। सतगुरु वेखण लग पे भी हुण कच्चा के पक्का सेवक है ना जिहड़ा, नोट करियो पौधे दे नाल फल लग्या होवे, जे तुसीं कच्चा खाओगे खा लोगे कौड़ा होएगा, जदों फल पक जाएगा फिर मीठा होएगा। रख के आखो सतनाम। जदों फल पकेगा, सतगुरु जी ने बुलाना बंद कर दिता बाबा अमरदास जी ने। हर वेले अखां चों वैराग, बिरहा बिरहा आखी है बिरहा तू सुल्तान फरीदा, जित तन बिरहो ना उपजै सो तन जान निशान। हर वेले वैरागी, अखां चों वैराग दा जल वगदा रहिंदा है। सतगुरु जी फिर जंगल च लकड़ा लैण वास्ते, फिर धन बाबा अमरदास ब्यास दरिया ते गागर लैके जानी, जल भर के लियाउणा संगतां नूं छकाउण वास्ते। हुण तां इलैक्ट्रॉनिक प्रबंध हो गया सारा, हुण तां गुरु घरां दे विच जल दा प्रबंध भी है, लंगर पकाउण दा प्रबंध भी है। बाबा अमरदास साहब ने खडूर साहब तो पैदल जाना ब्यास दरिया दे उत्ते, इत्थे बस नहीं प्यारिओ, फिर अपने हथी सारा सारा दिन संगतां नूं लंगर वरताउणा। हुण सुणिओ कि सरोपे की महानता की है। इत्थे जिक्र आएगा, आपां तां सरोपा पवा लैने आ बड़ी छेती, इस सरोपे की महानता की है, इनू सामना किवें है। तो कदे धन गुरु अमरदास महाराज जी का जीवन वाचिओ, पढ़न का यतन करिओ। समा तां हो गया समाप्ति का, पर बेनती करांगे तुहाडे तो 2-4 मिनट हाथ जोड़ के बेनती है, वध लै लवांगे क्योंकि प्रकरण थोड़ा लम्मा हो गया, इनू संकोचीए। धन बाबा अमरदास जदों 1 साल बीत गया ना, गुरु अंगद साहब महाराज जी ने एक छोटा जिहा सरोपा दिता। बाबे अमरदास जी ने अपने हाथ विच एक रस्सी फड़ी, घुट के सरोपा सिर ते बन लिया। सतगुरु जी ने उन्हें स्नान कराउण दी सेवा लै ली। 12 साल सेवा करते रहे। 12 सालां च 12 सरोपियां दी बख्शिश होई ते 12 ही मेरे सतगुरु ने अपनी दस्तार ते सजाए हुए सी। गढ़ के आखो सतनाम। दुनिया दे लोग धन बाबा अमरदास महाराज जी नूं कमला कह के बुलाउण लग पे भी कमले हो गए, पागल हो गए। लोकां दी बिरती उत्थों तक पहुंच ना सकी। जदों 12वां साल चढ़िया, इंद्र देवता भी प्रीख्या लग्या कर, कबीर कसौटी राम की झूठा टिकै ना कोई। सतगुरु प्रीख्या करते हैं, जिवें बच्चे का एग्जाम हुंदा है, प्रीख्या हुंदी है ना। गुरु नानक साहब महाराज के घर विच कच्चियां ते पक्कियां दी प्रीख्या हुंदी है। गज के आखो सतनाम। कबीर कसौटी राम की झूठा टिकै ना कोई। राम कसौटी सोस है जो मर जीवा। इत्थे झूठे लोग टिक नहीं सकणगे, थोड़े दिन ही टिकणगे, लम्मा टाइम नहीं। बेसुमार नहीं पै रहा है। बाबा अमरदास जी ने सिर ते गागर चुकी हुई है। ब्यास दरिया तो जड़ की गागर भर ली। जदों लगे ना वापस आउण, रस्ते विच एक जलाहे का घर हुंदा सी, कपड़े बुणन का काम। वो जलाहियां का परिवार, जिवें पंजाब की धरती ते पता होएगा जट बरादरी है, सिंबा बरादरी है, इसी तरह जलाहियां की एक बरादरी सी, जलाहियां की एक जात है। इन्हां दा काम सी कपड़े बुणन दा। पर गुरु नानक साहब महाराज जी ने जात पात मिटाई है। कलगीधर पिता का वचन है, मानस की जात सब है एक है पहचान को। पर तुहाडे चरनां च दास जी बेनती करन वास्ते भी पहचान हो सके। जलाहियां का परिवार कपड़े बुणन का काम करता है। उत्थे कपड़े बुणन वाली एक खड्डी लाई हुई है, उत्थे एक टोया पटिया जाता। टोया ते मीह पैण करके टोया भर गया पानी का। सतगुरु जी का एक चरण एक पैर वो टोए में दट गया, उची उची खड़का होया। जलाहा अपने घर वाली नूं कहंदा, भागवाने लगता है अपने घर में चोर आ गए। वो कहन लगी, नहीं चोर तो नहीं कोई आया,
ਇੱਥੇ ਇੱਕ ਅਮਰੂ ਨੂੰ ਥਾਵਾਂ ਹੈ, ਨਾ ਆਪ ਸੌਂਦਾ ਹੈ, ਨਾ ਕਿਸੇ ਨੂੰ ਸੌਣ ਦਿੰਦਾ ਹੈ। ਗੱਜ ਕੇ ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਦੁਨੀਆ ਦੇ ਲੋਕ ਐਸੇ ਬਚਨ ਕਰ ਜਾਂਦੇ ਹਨ, ਸੰਸਾਰ ਦੇ ਲੋਕ, ਇਹ ਆਪ ਕਮਲਾ ਹੋਇਆ ਫਿਰਦਾ, ਨਾ ਆਪ ਸੌਂਦਾ ਹੈ, ਨਾ ਕਿਸੇ ਨੂੰ ਸੌਣ ਦਿੰਦਾ ਹੈ। ਅਮਰੂ ਨੂੰ ਥਾਵਾਂ ਹੈ। ਸਤਿਗੁਰੂ ਜੀ ਨੇ ਘੁੱਟ ਕੇ ਗਾਗਰ ਫੜ ਲਈ। ਸਰੀਰ ਬਹੁਤ ਬਿਰਧ ਸੀ, ਬਿਰਧ ਅਵਸਥਾ। ਧੰਨ ਬਾਬਾ ਅਮਰਦਾਸ ਗਾਗਰ ਨੂੰ ਕਹਿਣ ਲੱਗੇ, ਕਮਲੀਏ ਹਜੇ ਤਾਂ ਗੁਰੂ ਦੀ ਕਿਰਪਾ ਨਹੀਂ ਹੋਈ, ਤੂੰ ਪਹਿਲਾਂ ਹੀ ਡਿੱਗਣ ਲੱਗੀ ਹੈ, ਹਜੇ ਗੁਰੂ ਦੀ ਖੁਸ਼ੀ ਤਾਂ ਮਿਲ ਜਾਏ। ਉਹ ਬੀਬੀ ਨੂੰ ਇੱਕ ਬਚਨ ਕਹੇ, ਕਮਲੀਏ ਮੈਨੂੰ ਨਥਾਵਾਂ ਨਾ ਕਹਿ, ਹੁਣ ਤਾਂ ਮੈਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਚਰਨਾਂ 'ਚ ਥਾਂ ਮਿਲ ਗਈ, ਹੁਣ ਤਾਂ ਮੈਂ ਗੁਰੂ ਵਾਲਾ ਹੋ ਗਿਆ। ਗੱਜ ਕੇ ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਹੁਣ ਮੈਂ ਨਥਾਵਾਂ ਨਹੀਂ, ਸੱਚਮੁੱਚ ਕਮਲੀ ਹੋ ਗਈ। ਜਿਹੜਾ ਪੰਜ ਬਾਣੀਆਂ ਦਾ ਨਿਤਨੇਮ ਕਰਦਾ ਹੋਵੇ, ਰਹਿਰਾਸ ਸਾਹਿਬ ਕਰਦਾ ਹੋਵੇ, ਪੱਕਾ ਪਰਪੱਕ ਹੋਵੇ। ਭਾਈ ਮਨੀ ਸਿੰਘ ਸਾਹਿਬ ਦੇ ਬਚਨ ਨੇ, ਉਹਨੂੰ ਬਚਨ ਕਰਨ ਦੀ ਲੋੜ ਨਹੀਂ ਹੈ। ਸੁੱਧੇ ਸਿੱਧ ਦਾ ਬਚਨ ਪੂਰਾ ਹੋਏਗਾ। ਗੱਜ ਕੇ ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਪਰ ਹੋਵੇ ਪੱਕਾ। ਅੱਜ ਸੁੱਧੇ ਸਿੱਧ ਗੁਰੂ ਸੂਰਮੇ ਦਾ ਬਚਨ ਨਿਕਲ ਗਿਆ, ਉਹ ਕਮਲੀ ਹੋ ਗਈ ਬੀਬੀ। ਇਧਰੋਂ ਸਤਿਗੁਰੂ ਗੁਰੂ ਜੀ ਦੇ ਚਰਨਾਂ 'ਚ ਗਏ। ਸਤਿਗੁਰੂ ਅੱਜ ਚਿਹਰੇ ਦਾ ਰੰਗ ਰੂਪ ਹੋ ਰਿਹਾ, ਬਹੁਤ ਖੁਸ਼ੀ ਵਿੱਚ ਨੇ। ਇਸ਼ਨਾਨ ਕਰਾ ਕੇ ਸਤਿਗੁਰੂ ਜੰਗਲ 'ਚ ਚਲੇ ਗਏ। ਉਹ ਜਲਾਹਾ ਆਪਣੇ ਘਰ ਵਾਲੀ ਬੀਬੀ ਨੂੰ ਲੈ ਕੇ ਆਇਆ। ਸਤਿਗੁਰੂ ਤੁਹਾਡਾ ਸੇਵਕ ਧੰਨ ਬਾਬਾ ਅਮਰਦਾਸ, ਮੇਰੇ ਘਰ ਵਾਲੀ ਨੇ ਅਮਰ ਨੂੰ ਥਾਵਾਂ ਬਚਨ ਕਹਿਤਾ ਸੀ, ਪਰ ਉਹਨਾਂ ਨੇ ਬਚਨ ਕਰਤਾ ਸੁੱਧੇ ਸਿੱਧ, ਕਮਲੀਏ ਮੈਨੂੰ ਨਥਾਵਾਂ ਨਾ ਕਹਿ, ਮੈਂ ਗੁਰੂ ਵਾਲਾ। ਮੇਰੇ ਘਰ ਵਾਲੀ ਕਮਲੀ ਹੋ ਗਈ। ਸਤਿਗੁਰੂ ਕਿਰਪਾ ਕਰੋ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਬੁਲਾਇਆ। ਬੀਬੀ ਦੇ ਸਿਰ ਤੇ ਹੱਥ ਰੱਖਿਆ, ਕਹਿ ਪਿੰਗਲ ਪਰਬਤ ਪਰ ਭਵਨ। ਗੁਰੂ ਦੀ ਕਿਰਪਾ ਹੋ ਜੇ, ਇੱਕ ਪਿੰਗਲਾ ਪਹਾੜ ਚੜ ਸਕਦਾ ਹੈ। ਅੰਨੇ ਨੂੰ ਦਿਸਣ ਲੱਗ ਜਾਂਦਾ, ਬੌਲੇ ਨੂੰ ਸੁਣਨ ਲੱਗ ਜਾਂਦਾ, ਜਦੋਂ ਗੁਰੂ ਬਖਸ਼ਿਸ਼ ਕਰੇ। ਅੱਜ ਉਹ ਬੀਬੀ ਠੀਕ ਹੋ ਕੇ ਘਰ ਚਲੀ ਗਈ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਬਾਬਾ ਅਮਰਦਾਸ ਜੀ ਨੂੰ ਮੱਥਾ ਟੇਕਿਆ। ਕਹਿਣ ਲੱਗੇ, ਅੱਜ ਤੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜੋਤ ਧੰਨ ਬਾਬਾ ਅਮਰਦਾਸ ਜੀ ਦੇ ਹਿਰਦੇ 'ਚ ਪ੍ਰਵੇਸ਼ ਕਰ ਗਈ। ਅੱਜ ਤੋਂ ਬਾਅਦ ਸਿੱਖਾਂ ਦੇ ਤੀਜੇ ਗੁਰੂ ਨਾਨਕ ਬਾਬਾ ਅਮਰਦਾਸ ਧੰਨ ਗੁਰੂ ਅਮਰਦਾਸ ਮਹਾਰਾਜ ਹੋਣਗੇ। ਗੱਜ ਕੇ ਆਖੋ ਸਤਿਨਾਮ।